मेरा मान मेरा पिंड की टीम वालों दिल्ली के ਸਿੰਘੂ ਬਾਰਡਰ उत्ते इस मोर्चे में शामिल हो रहे ਵੱਖ-ਵੱਖ लोगों के नाल गलबात की गई है तो वो इन्होंने काले कानूनों बारे किहो तरीके दे नाल अपना रोस प्रगट कर रहे हैं। दिल्ली के ਸਿੰਘੂ ਬਾਰਡਰ तो विशेष रिपोर्ट। हाँ जी भाई, सत श्री अकाल जी। इनकलाबी केंद्र पंजाब सर कितों आया तो माड़ा दस दे अपना सुनेहा की देना चाहुंदे जी। सर असी बरनाले दे एरिए चों पिंडां चों आए हां, बेटियां साडे नाल ने, होर साथी ने, साडा काफला अगे गया हैगा। असी हक सच इंसाफ दे लई जनतक जथेबंदी दे रूप च असी काम करदे हां, चाहे साडे खित्ते च छोटे एरिए च होवे, चाहे पंजाब लैवल जां भारत लैवल दे होवे। साडा देश है ये, साडे पिंड तो लैके कन्याकुमारी तक असी इस नूं देश गिणदे हां। किसी भी गिणती नाल धक्का हुंदा है, सरकारी जबर हुंदा है, चाहे उत्थे दे लोकल धनाडा तो जबर हुंदा, असी उहदे खिलाफ डटदे हां। अज असी ये समझदे होए जिड्डी कि साडी पहुँच है, जिड्डा कि साडा काम हैगा, असी ये एक अन्नदाता ते बहुत वड्डा संकट है इत्थों दी जिहड़ी सरकार है, चाहे मोदी दी है किसी दी भी है। असी ये राजनीतिक पार्टियां दे चक्कर च नहीं, कोई साडा वोट स्टंट नहीं, पर असी फिर भी जिहदा ये पड़दा असी नंगा करदे हां। ते असी इत्थों दी अज सरकार तो मंग करदे हां कि अन्नदाता दे उपर जिहड़े 3 मारू हल्ले कीते ने तुसीं उन्हां नूं फौरी वापस लिया जावे। उस तो बिना भी जिहड़े होर भी पिछे कई बिल ने, बिजली बिल 2020 है जां होर किन्ना कुछ पिछे पिया हैगा, असी इस लोक ताकत दा एक छोटा जिहा हिस्सा बन के इत्थे आए हां लोकां दे विच, ते जिन्ना क साडा बनदा योगदान है बच्चियां नूं लैके असी ओह पा रहे हां। लोकतंत्र लोगों की लोगों द्वारा तो लोगों लिए सरकार होंदी है, ये जमहूरीयत आ। पर अज लखां लोग जिहड़े आ वो सड़कों ते आ, हाकम हजे तक मुद्दे पुछ रहे भी मुद्दे है की आ। ਇਹਨੂੰ ਕਿੱਦਾਂ ਦੇਖਦੇ ਪਏ ਲੋਕਤੰਤਰ ਲਈ ਕੀ ਆਉਣ ਵਾਲੇ ਭਵਿੱਖ 'ਚ ਜਿਹੜਾ ਭਾਰਤ ਦੇਸ਼ ਦੇ ਵਿੱਚ ਆਪਣਾ ਲੋਕਤੰਤਰ ਆ ਉਹਦਾ ਭਵਿੱਖ ਕਿਹੋ ਜਿਹਾ ਆਪਾਂ ਮਹਿਸੂਸ ਕਰਦੇ ਹਾਂ ਜੀ? ਦੇਖੋ ਇਹਦਾ ਭਵਿੱਖ ਤਾਂ ਲੋਕਤੰਤਰ ਦੇ ਲੋਕਾਂ ਦੇ ਸੰਘਰਸ਼ ਤੇ ਟਿਕਿਆ ਹੈਗਾ। ਜਿਵੇਂ ਅਸੀਂ 70 ਸਾਲ ਆਜ਼ਾਦੀ ਦੇ ਨਾਂ ਤੇ ਖਾਈ ਗਏ ਆ ਜਾਂ ਪਹਿਲਾਂ ਗੁਲਾਮੀਆਂ ਭੋਗੀਆਂ ਨੇ ਅਸੀਂ, ਜੇ ਤਾਂ ਉਸੇ ਲੋਟੀ ਅਸੀਂ ਚੁੱਪ ਰਹੇ ਫਿਰ ਤਾਂ ਲੋਕਤੰਤਰ ਦੇ ਕੋਈ ਮਾਇਨੇ ਨਹੀਂ। ਜੇ ਸਾਡੇ ਤੇ ਅਸੀਂ ਇਸ ਰੂਪ 'ਚ ਇਕੱਠੇ ਹੁੰਨੇ ਆ ਫਿਰ ਇਹ ਚਾਹੇ ਇੱਥੋਂ ਦੀ ਭਗਵਾਕਰਨ ਸਿਆਸਤ ਹੈ, ਚਾਹੇ ਕਿਸੇ ਦੀ ਹੋਰ ਸਿਆਸਤ ਹੈ, ਚਾਹੇ ਕੋਈ ਚੁਸਤੀ ਚਲਾਕੀ ਹੈ, ਚਾਹੇ ਇੱਥੇ ਦੀ ਪਾਰਲੀਮੈਂਟ ਦਾ ਗੰਦਾ ਪ੍ਰਬੰਧ ਹੈ, ਜੋ ਇੱਥੇ ਦਾ ਸਿਸਟਮ ਹੈ ਅਸੀਂ ਉਸ ਨੂੰ ਨੰਗਾ ਕਰਨਾ ਹੈ। ਉਹ ਸਾਡਾ ਚਾਹੇ ਕੋਈ ਯਾਰ ਦੋਸਤ ਹੋ ਸਕਦਾ ਹੈ, ਸਾਡੀ ਕੋਈ ਮਤਲਬ ਧਾਰਮਿਕ ਤੌਰ 'ਤੇ ਸਾਡੇ ਆਗੂਆਂ 'ਚੋਂ ਵੀ ਹੋ ਸਕਦਾ ਹੈ, ਪਰ ਅਸੀਂ ਹਰ ਥਾਂ ਉਸ ਚੀਜ਼ ਨੂੰ ਨੰਗਾ ਕਰਨਾ ਹੈ ਵੀ ਇੱਥੇ ਲੋਕਤੰਤਰ ਨਹੀਂ, ਇੱਥੇ ਤਾਂ ਅਸਲ ਦੇ ਵਿੱਚ ਇੱਕ ਅਜਿਹਾ ਰਾਜ ਚਾਹੀਦਾ ਜਿਹੜੇ ਸਾਡੇ ਗੁਰੂ ਪੀਰ ਪੈਗੰਬਰ भाई अपना रविदास भगत वर्गे, मैं ऐसा चाहूँ राज जहाँ मिले सभी को अन्न, अपने होर किन्ने मतलब है एक वजह का असी इत्थे सतयुग का राज जिन्हों कहने लोगों की भुगत वाला राज, तकड़ा माड़ा ना होवे कोई, इत्थे असी वो राज चाहुंदे आ। साडा होर इत्थे आउण दा कोई राजनीतिक मकसद है नहीं। हाँ लोगों के नाल असी जरूर खड़ांगे, जे कोई बड़ा अटैक आउंदा हैगा ਤਾਂ ਅਸੀਂ ਉਹਦੇ ਵਿੱਚ ਵੀ ਸਾਥ ਦੇਵਾਂਗੇ, ਪਰ ਇਹ ਲੋਕਤੰਤਰ ਹੈ ਨਹੀਂ। ਲੋਕਤੰਤਰ ਦਾ ਇੱਕ ਨਾਂ ਹੈ, ਅੱਡੋ ਅੱਡ ਖਿੱਤਿਆਂ ਦੇ ਵਿੱਚੋਂ 500-400 ਬੰਦਾ ਇਕੱਠਾ ਕਰਕੇ ਉਹ ਇੱਕ ਜਿਹੜਾ ਬਾੜਾ ਬਣਾਇਆ ਹੋਇਆ ਇਹਨਾਂ ਦਾ, ਸੂਰਾਂ ਦਾ ਬਾੜਾ ਅਸੀਂ ਕਹਾਂਗੇ, ਚਾਹੇ ਉਹ ਪਾਰਲੀਮੈਂਟ ਦੇ ਵਿੱਚ ਹੋਵੇ ਦਿੱਲੀ, ਚਾਹੇ ਸਾਡੀਆਂ ਸਟੇਟਾਂ ਦੇ ਵਿੱਚ ਹੋਵੇ। ਉਹਨਾਂ ਲੋਕਾਂ ਨੂੰ ਖਰੀਦ ਕੇ ਉਹਨਾਂ 'ਤੇ ਜਿਹੜੀਆਂ ਗਿਰਜਾਂ ਨੇ ਸਰਮਾਏਦਾਰੀ ਹੈਗੀ ਰਾਜ ਕਰਦੀ ਹੈ, ਉਹਦਾ ਅਸੀਂ ਚਾਕ ਨੰਗਾ ਕਰਨਾ ਹੈ। ਇਸ ਦੇ ਪਿੱਛੇ ਵੀ ਜਿਹੜੇ ਖੇਤੀ ਕਾਨੂੰਨ ਬਿੱਲ ਨੇ ਇਹਦੇ ਪਿੱਛੇ ਵੀ ਬਹੁਤ ਵੱਡੀ ਸਾਜ਼ਿਸ਼ ਹੈ, ਕਿਉਂ ਜਿਹੜੇ ਮਾਨੀ ਡਾਨੀ ਨੇ ਉਹ ਜੇ ਚਾਹੇ ਮੋਦੀ ਨਾ ਹੁੰਦਾ ਕੋਈ ਹੋਰ ਹੁੰਦਾ ਉਹਨਾਂ ਨੇ ਉਹ ਤੋਂ ਵੀ ਇਹ ਲਾਗੂ ਕਰਵਾਉਣੇ ਸੀ। ਸੋ ਬੱਚੀਆਂ ਸਾਡੇ ਨਾਲ ਆਪਾਂ ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਸੀਂ ਹੁਣ ਚੱਲ ਕੇ ਆਏ ਆ ਤੇ ਬਹੁਤ ਦੇਖੋ ਆਪਾਂ ਨੌਜਵਾਨ ਵਰਗ ਆ, ਬੱਚੇ ਸਾਰੇ ਇਹਦੇ ਵਿੱਚ ਸ਼ਾਮਲ ਹੋ ਰਹੇ ਆ। ਹਾਂਜੀ ਇਹ ਜਿਹੜਾ ਮਾਹੌਲ ਹੈ ਇੱਕ ਲੋਕ ਲਹਿਰ ਬਣ ਚੁੱਕੀ, ਜਨ ਮੋਰਚਾ ਬਣ ਚੁੱਕਾ, ਇਹਨੂੰ ਆਪਾਂ ਕਿਉਂਕਿ ਜਿਹੜੀ ਆਪਾਂ ਸਿਰਫ ਇਤਿਹਾਸ ਵਿੱਚ ਇਹ ਚੀਜ਼ਾਂ ਦੇਖੀਆਂ ਸੀਗੀਆਂ। ਹਾਂਜੀ ਇਹ ਦੇਖ ਕੇ ਪਰ ਕਿਹੋ ਜਿਹਾ ਮਹਿਸੂਸ ਹੁੰਦਾ? ਸਭ ਤੋਂ ਪਹਿਲਾਂ ਇਹ ਦੱਸੋ। ਦੇਖੋ ਜੀ ਪਹਿਲਾਂ ਤਾਂ ਮੈਂ ਇਹੀ ਕਹੂੰਗੀ ਵੀ ਇਤਿਹਾਸ ਆ ਜਿਹੜਾ ਉਹ ਦੁਹਰਾਇਆ ਜਾ ਰਿਹਾ ਆਪਣੇ ਆਪ, ਤੇ ਜਿਹੜੀ ਹੁਣ ਲੁੱਟ ਹੈ ਉਹ ਤਾਂ ਸਦੀਆਂ ਤੋਂ ਹੁੰਦੀ ਆ ਰਹੀ ਹੈ ਦੇਸ਼ੀ ਵਿਦੇਸ਼ੀ ਕੰਪਨੀਆਂ ਦੁਆਰਾ, ਤੇ ਹੁਣ ਜਿਹੜੀ ਲੁੱਟ ਹੋਣ ਜਾਣੀ ਸੀ ਆ ਬਿੱਲਾਂ ਦੇ ਥਰੂ ਉਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋਣੀ ਸੀ। ਜਿਵੇਂ ਕਿ ਜਿਹੜੇ ਮੋਦੀ ਨੇ ਕਾਨੂੰਨ ਲਾਗੂ ਕੀਤੇ ਆ, ਜੇ ਕੋਈ ਕਿਸਾਨ 60,000 ਰੁਪਏ ਕਿੱਲਾ ਦੇ ਰਿਹਾ ਤਾਂ ਉਹਦੇ ਵਿੱਚੋਂ 18% ਤਾਂ ਉਹਨੇ GST ਲੈਣੀ ਆ, ਮਤਲਬ ਕਿ 10,800 ਰੁਪਏ ਉਹਦੀ GST ਬਣਦੀ ਹੈ, ਤੇ ਉਹਦੇ ਨਾਲ ਫਿਰ ਕਿਸਾਨਾਂ ਦੇ ਪੱਲੇ ਤਾਂ ਕੁਛ ਨਹੀਂ ਰਹਿ ਜਾਣਾ। ਹੌਲੀ ਹੌਲੀ ਕੰਪਨੀਆਂ ਨੇ ਕੀ ਕਰਨਾ, ਉਹਨਾਂ ਦੀ ਜ਼ਮੀਨ ਆਪ ਦੱਬ ਲੈਣੀ ਆ। ਜਿਵੇਂ ਹੁਣ ਕਿ ਜੇ ਉਹ ਸਰਕਾਰੀ ਮੰਡੀਆਂ ਦੇ ਵਿੱਚ ਆਪਣੀ ਫਸਲ ਵੇਚਣਗੇ
ਤਾਂ ਉੱਥੇ ਉਹਨਾਂ ਨੂੰ 8% ਟੈਕਸ ਭਰਨਾ ਪਊਗਾ। ਜੇ ਪ੍ਰਾਈਵੇਟ ਮੰਡੀਆਂ 'ਚ ਵੇਚਣਗੇ ਤਾਂ 1%, ਤਾਂ ਉਹ 7% ਆਪਣਾ ਬਚਾਉਣਗੇ ਤੇ ਪ੍ਰਾਈਵੇਟ ਮੰਡੀਆਂ 'ਚ ਜਾਣਗੇ। ਹੌਲੀ ਹੌਲੀ ਮੰਡੀ ਬੋਰਡ ਨੇ ਸਰਕਾਰੀ ਮੰਡੀਆਂ ਬਿਲਕੁਲ ਖਤਮ ਕਰ ਦੇਣੀਆਂ ਨੇ ਤੇ ਕਿਸਾਨਾਂ ਦੀ ਲੁੱਟ ਪੂਰੀ ਤਰ੍ਹਾਂ ਹੋਣ ਲੱਗ ਜਾਣੀ ਆ ਪ੍ਰਾਈਵੇਟ ਕੰਪਨੀਆਂ ਤੇ ਪ੍ਰਾਈਵੇਟ ਮੰਡੀਆਂ ਦੇ ਹੱਥੋਂ। ਜਿਵੇਂ ਕਿ ਜਦੋਂ ਆਪਣੀ ਫਸਲ ਵੇਚਣਗੇ ਤਾਂ ਪ੍ਰਾਈਵੇਟ ਕੰਪਨੀਆਂ ਆਪਦੇ ਦਾਮ ਤੇ ਉਹਨਾਂ ਦੀ ਫਸਲ ਲੈਣਗੀਆਂ। ਸਮਝ ਰਹੇ ਹੋ ਤੁਸੀਂ? ਆਪਦੇ ਦਾਮ ਤੇ ਫਸਲ ਲੈਣਗੇ ਤੇ ਕਿਸਾਨਾਂ ਦੀ ਬਹੁਤ ਜ਼ਿਆਦਾ ਲੁੱਟ ਹੋਊਗੀ ਤੇ ਉਹੀ ਜਿਹੜਾ ਕਿਸਾਨਾਂ ਦੀ ਲੁੱਟ ਆ ਉਹ ਨਾ ਹੋਵੇ ਉਹਦੇ ਲਈ ਅਸੀਂ ਇੱਥੇ ਆਏ ਆ, ਲੋਕਾਂ ਨੂੰ ਜਾਗਰੂਕ ਕਰਦੇ ਆ। ਜਿਹੜਾ ਅੱਜ ਦਾ ਯੂਥ ਆ ਉਹਨਾਂ ਨੂੰ ਚੇਤਨ ਕਰਨ ਲਈ ਇਹ ਲੀਫਲੈਟ ਵੀ ਵੰਡ ਰਹੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਅੱਗੇ ਵੀ ਸਾਨੂੰ ਬਹੁਤ ਲੋੜ ਹੈ ਇਕਜੁੱਟ ਹੋ ਕੇ ਚੱਲਣ ਦੀ, ਸੰਘਰਸ਼ ਇੱਦਾਂ ਹੀ ਜਾਰੀ ਰੱਖਣ ਦੀ। ਇਹ ਸੰਘਰਸ਼ ਜਿਹੜਾ ਇਹ ਬਿੱਲਾਂ ਤੱਕ ਸੀਮਿਤ ਨਹੀਂ ਹੈਗਾ ਕਿ ਬਿੱਲ ਰੱਦ ਕਰਾਉਣੇ ਆ, ਉਸ ਤੋਂ ਅੱਗੇ ਵੀ ਬਹੁਤ ਸਾਨੂੰ ਲੋੜ ਹੈਗੀ ਸੰਘਰਸ਼ ਕਰਨ ਦੀ। ਤੁਹਾਨੂੰ ਲੱਗਦਾ ਇਹ ਜਿਹੜੀ ਲੋਕ ਲਹਿਰ ਚੱਲ ਰਹੀ, ਜੇ ਲੋਕ ਅਜੇ ਉੱਠ ਖੜੇ ਹੋਏ ਆ, ਇਹ ਭਵਿੱਖ ਵਿੱਚ ਵੀ ਜਿਹੜਾ ਦੇਸ਼ ਆ ਉਹਦੇ ਜਿਹੜੇ ਰਾਜਨੀਤਿਕ ਸਮਾਜਿਕ ਜਿਹੜਾ ਉਹਦੇ ਸੁਧਾਰ ਵਿੱਚ ਕਰਨ ਵਿੱਚ ਵੱਡਾ ਰੋਲ ਅਦਾ ਕਰਨਗੇ? ਹਾਂਜੀ ਹਾਂਜੀ, ਦੇਖੋ ਬਹੁਤ ਜ਼ਿਆਦਾ ਜਿਹੜਾ ਯੂਥ ਆ ਉਹ ਇਸ ਟਾਈਮ ਜੁੜ ਰਿਹਾ ਇਸ ਸੰਘਰਸ਼ ਦੇ ਨਾਲ। ਲੋਕ ਬਹੁਤ ਜ਼ਿਆਦਾ ਚੇਤਨ ਹੋ ਰਹੇ ਆ, ਲੋਕਾਂ ਨੂੰ ਪਤਾ ਲੱਗ ਰਿਹਾ ਕਿ ਲੀਡਰ ਕੀ ਚੀਜ਼ ਹੁੰਦਾ ਜਾਂ ਸਰਕਾਰ ਕੀ ਹੈ, ਕਿਵੇਂ ਉਹ ਆਪਣੇ ਰਾਜਨੀਤੀ ਚਲਾ ਰਹੀ ਆ। ਤਾਂ ਅੱਗੇ ਵੀ ਮੈਨੂੰ ਪਤਾ ਕਿ ਅੱਗੇ ਵੀ ਲੋਕ ਬਹੁਤ ਜ਼ਿਆਦਾ ਆਪਣੀ ਸਮਝਦਾਰੀ ਨਾਲ ਹੀ ਚੱਲਣਗੇ। ਤੁਹਾਨੂੰ ਲੱਗਦਾ ਜਿਹੜੇ ਲੋਕ ਸੰਘਰਸ਼ ਜਿਹੜੇ ਚੱਲ ਰਿਹਾ ਉਹ ਭਾਰਤ ਦੇਸ਼ ਦਾ ਜਿਹੜਾ ਸੰਵਿਧਾਨ ਹੈ, ਚਾਹੇ ਲੋਕਤੰਤਰ ਆ, ਚਾਹੇ ਇਹਦੀਆਂ ਰਵਾਇਤਾਂ ਆ, ਉਹਨੂੰ ਭਵਿੱਖ ਦੇ ਲਈ ਆਪਣੇ ਲਈ ਉਹ ਬਚਾ ਕੇ ਰੱਖ ਸਕਣਗੇ? ਦੇਖੋ ਇਹ ਤਾਂ ਲੋਕਾਂ ਤੇ ਹੈ ਕਿ ਹੁਣ ਲੋਕ ਦੇਖੋ ਸਮਝਦਾਰ ਹੋ ਰਹੇ ਆ, ਠੀਕ ਹੈ। ਹੁਣ ਲੋਕ ਜੇ ਤਾਂ ਇਦਾਂ ਹੀ ਸੰਘਰਸ਼ ਕਰਨਗੇ, ਇਕਜੁੱਟ ਰਹਿਣਗੇ, ਤਾਂ ਅੱਗੇ ਜਾ ਕੇ ਜਿਹੜਾ ਗਲਤ ਲੋਕਤੰਤਰ ਆ ਜਿਹੜਾ ਚਲਾ ਰਹੀ ਆ ਸਰਕਾਰ, ਤਾਂ ਖਤਮ ਹੀ ਕਰ ਦੇਣਗੇ। ਜੇ ਇਦਾਂ ਹੀ ਚੱਲਦਾ ਰਿਹਾ ਸੰਘਰਸ਼ ਜਾਂ ਲੋਕ ਇਕਜੁੱਟ ਹੋ ਕੇ ਇਦਾਂ ਹੀ ਮਤਲਬ ਹੋਰ ਲੋਕਾਂ ਨੂੰ ਚੇਤਨ ਕਰ ਦੇਣ। ਠੀਕ ਹੈ ਜੀ, ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਬਰਨਾਲਾ ਤੋਂ ਇਨਕਲਾਬੀ ਕੇਂਦਰ ਬਰਨਾਲਾ ਦੇ ਮੈਂਬਰ, ਜਿਨ੍ਹਾਂ ਨੇ ਸਾਨੂੰ ਵਿਸਤਾਰ ਵਿੱਚ ਦੱਸਿਆ। ਨੌਜਵਾਨ ਬੱਚਿਆਂ ਨੇ ਉਹਨਾਂ ਨੇ ਦੱਸਿਆ ਕਿ ਜਦ ਤੱਕ ਨੌਜਵਾਨ ਇਸ ਦੇਸ਼ ਦਾ ਜਾਗਦਾ ਆ, ਇਸ ਦੇਸ਼ ਦਾ ਲੋਕਤੰਤਰ, ਇਸ ਦੇਸ਼ ਦਾ ਭਵਿੱਖ ਸਦਾ ਹੀ ਸਲਾਮਤ ਰਹੇਗਾ। ਮੈਂ ਇਹੀ ਕਹਿਣਾ ਚਾਹੂੰਗਾ ਜੀ, ਜੋ ਇਹ ਕਾਲੇ ਕਾਨੂੰਨ ਇਹਨਾਂ ਨੇ ਇਹ ਪਾਸ ਕੀਤੇ ਨੇ ਇਹ ਬਹੁਤ ਹੀ ਕਿਸਾਨਾਂ ਲਈ ਘਾਤਕ ਨੇ ਤੇ ਮੋਦੀ ਸਰਕਾਰ ਨੂੰ ਇਹਦਾ ਹੁਣ ਫੈਸਲਾ ਕਰਨਾ ਪੈਣਾ ਤੇ ਸਾਡੇ ਹੱਕ 'ਚ ਕਰਨਾ ਪੈਣਾ। ਕਿੱਥੋਂ ਆਏ, ਕਿੱਥੋਂ ਸੀ? ਅਸੀਂ ਆਏ ਜੀ ਪਿੰਡ ਲੋਹਾਰਾ, ਜ਼ਿਲ੍ਹਾ ਲੁਧਿਆਣਾ ਦਾ। ਕਾਫੀ ਬੀਬੀਆਂ ਬੱਚੇ ਨਾਲ ਸ਼ਾਮਲ ਨੇ ਤੇ ਜੱਥਾ? ਹਾਂਜੀ, ਅਸੀਂ ਪੂਰਾ ਜੱਥਾ ਆਏ ਜੀ, ਬੀਬੀਆਂ ਵੀ ਨੇ ਸਾਡੇ ਨਾਲ, ਬਜ਼ੁਰਗ ਵੀ ਨੇ ਸਾਡੇ ਨਾਲ, ਬੱਚੇ ਵੀ ਨੇ ਜੀ, ਸਾਰੇ ਸਾਡੇ ਨਾਲ ਜੱਥੇ ਸ਼ਾਮਲ ਨੇ ਤੇ ਸਾਨੂੰ ਬਹੁਤ ਰੋਸ ਆ ਜੀ। ਇਸ ਕਰਕੇ ਮੈਂ ਇਹਨਾਂ ਬਿੱਲਾਂ ਦੀ ਘੋਰ ਨਿੰਦਾ ਕਰਦਾ ਜੀ। ਸੋ ਜਿੱਥੇ ਲੋਕ ਜੱਥਿਆਂ ਦੇ ਵਿੱਚ ਵੱਡੇ ਵੱਡੇ ਦਲਾਂ ਦੇ ਵਿੱਚ ਇੱਥੇ ਪਹੁੰਚ ਰਹੇ ਆ ਤੇ ਇੱਕੋ ਹੀ ਸਭ ਦੇ ਤੇ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਜਿਹੜਾ ਇਹ ਆ ਕਾਨੂੰਨ ਆ ਰੱਦ ਨਹੀਂ ਹੁੰਦੇ ਉਦੋਂ ਤੱਕ ਜਿਹੜਾ ਸੰਘਰਸ਼ ਆ ਜਾਰੀ ਰਹੇਗਾ। ਕੈਮਰਾਮੈਨ ਸੁਰਜੀਤ ਰਾਜਪੂਤ ਦੇ ਨਾਲ ਦਿੱਲੀ ਦੇ ਸਿੰਘੂ ਬਾਰਡਰ ਤੋਂ ਦਵਿੰਦਰ ਸਿੰਘ ਖਾਲਸਾ ਦੀ ਵਿਸ਼ੇਸ਼ ਰਿਪੋਰਟ।